परमेश्वर पायो। हर सिंहासन दियो श्री गुर तह बैठायो। रहस कियो सुर देव तोहे जस जय जय जंपै। असुर गए ते भाग पाप तिन भीतर कंपै। काटे सो पाप तिन नरहों के गुर रामदास जिन पायो। सतर सिंहासन पृथ्वी गुर अर्जुन को दे आयो। राधा निराज पानान पहान देवान देव उपमा महान। चवर छतर तख्त दे मालक गद्दी ते विराजमान शब्दावतार शब्द गुरु जागत जोत साहिब श्री गुरु ग्रंथ साहिब महाराज जी दे पावन हजूरी अंदर गुरु जन गुरु प्यारियो गुरु सवारियो जुड़ करके असी गुरु के कीर्तनिया पासों भाई साहब भाई स्वरण सिंह जी मिठा टवाणा तिन्हां दे साथियां कोलों गुरु की बाणी का ये पावन शब्द सरवण कर रहे सी। देवपुरी मह गयो आप परमेश्वर पायो। आओ इस शब्द की विचार नाल जुड़िए। जुड़न तो पहला सारे रसना नूं सफला कर लईए, कोई भी रसना वांझी ना रह जावे। सतनाम श्री वाहेगुरु साहेब जी। इस शब्द दे मैं इस तुक दा आधार बनाउंदा हां। काटे सो पाप तिन नरहों के गुर रामदास जिन पायो। काटे सो पाप तिन नरहों के। नरहों का इथों करांगे अर्थ मनुखां दे। उन्हां दे अंदर दे जिहड़े पाप सन कढ के बाहर रख दिते। गुर रामदास जिन पायो, जिन्हां ने गुरु रामदास जी नूं पा लिया। हुण पाप की ने जिसनों असी कह दईए हिंसा, नरदईपुणा, ईरखा, चोरी, बेवफाई, जां बैठिया ही मन दे विच ख्याल माड़े फुरने माड़े चलते रहने। ते मेरे साहिब जी कहते ने ये जेड़े मनुख गुरु रामदास महाराज नाल जुड़ गए ना, गुरु रामदास महाराज की इहो जी बख्शिश होई कि उन्हां दे अंदर दे जेड़े विकार कढ के गुरु ने बाहर रख दिते। जिवें एक डॉक्टर है ऑपरेशन करदा है, अंदर दा ज़ाहिर जेड़ा होवे ना उन्होंने बाहर कढ के रख दिंदा है। पर डॉक्टर होवे, वैद होवे तां, पर जे वो वैद नहीं है तो अंदर दा जहर बाहर कढ के नहीं रख सकता। जे वो अधूरा है, पूरा नहीं, तो बाहर नहीं वैद कढ के रख सकता।
ਤੇ ਜੇ ਵੈਦ ਪੂਰਾ ਹੈ ਤੇ ਅੰਦਰ ਦਾ ਜ਼ਹਿਰ ਕੱਢ ਕੇ ਬਾਹਰ ਰੱਖ ਦੇਗਾ। ਜੇ ਗੁਰੂ ਸ਼ਬਦ, ਅਸੀਂ ਗੁਰੂ ਸ਼ਬਦ ਨੂੰ ਵੈਦ ਕਹੀਏ, ਜੇ ਅਸੀਂ ਗੁਰੂ ਸ਼ਬਦ ਨਾਲ ਜੁੜੀਏ ਤੇ ਸਾਡੇ ਅੰਦਰ ਦਾ ਇਹ ਜਿਹੜਾ ਹਉਮੈ ਦਾ ਰੋਗ ਹੈ, ਅੰਦਰ ਦਾ ਪਾਪ ਹੈ, ਮੇਰਾ ਮਾਲਕ ਬਾਹਰ ਕੱਢ ਕੇ ਰੱਖਦਾ ਹੈ। ਪਾਪ ਕੀ ਹੈ? ਪਾਪ ਜਿਹੜੇ ਸਾਡੇ ਅੰਦਰ ਮਾੜੇ ਫੁਰਨੇ, ਮਾੜੇ ਖਿਆਲ ਚੱਲਦੇ ਰਹਿੰਦੇ ਨੇ, ਇਹ ਗੁਰੂ ਸ਼ਬਦ ਜਿਹੜਾ ਹੈ ਉਹ ਸਾਡੇ ਅੰਦਰ ਦੇ ਫੁਰਨੇ ਜਿਹੜੇ ਨੇ, ਮਾੜੇ ਖਿਆਲ ਨੇ, ਬਾਹਰ ਕੱਢ ਕੇ ਕਿਵੇਂ ਰੱਖਦਾ। ਮੈਂ ਇਸ ਤੁਕ ਨੂੰ ਥੋੜਾ ਆਧਾਰ ਬਣਾ ਕੇ ਅੱਗੇ ਚੱਲਾਂ, ਵਿਸਤਾਰ ਕਰਾਂ। ਕਈ ਵਾਰੀ ਸਾਡੇ ਅੰਦਰ ਪਾਪ ਹੈ ਕਿਹੜਾ? ਵਿਕਾਰਾਂ ਦਾ। ਸਾਡੇ ਅੰਦਰ ਮਾੜੇ ਖਿਆਲ, ਮਾੜੇ ਫੁਰਨੇ ਫੁਰਦੇ ਨੇ, ਤੇ ਜਿਹੜਾ ਗੁਰੂ ਸ਼ਬਦ ਪਤਾ ਕਿਵੇਂ ਬਾਹਰ ਕੱਢਦਾ ਹੈ? ਜਦੋਂ ਸਾਡੇ ਅੰਦਰ ਵਿਕਾਰਾਂ ਦਾ ਪਾਪ ਉੱਠਦਾ ਹੈ, ਮਾੜੇ ਫੁਰਨੇ ਫੁਰਦੇ ਨੇ, ਤੇ ਗੁਰੂ ਸਾਹਿਬ ਜੀ ਉਸੇ ਵੇਲੇ ਕਿਵੇਂ ਕੱਢਦੇ ਨੇ? ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਤੱਕੇ ਨਾਰ ਪਰਾਈਆਂ ਲੋਕੇ ਅੰਦਰ ਠਾਣੀ, ਸੰਨੀ ਦੇਖ ਵਿਖਮ ਥਾਏ ਮਿੱਠਾ ਮਦ ਮਾਣੀ, ਅਜ਼ਰਾਈਲ ਫਰੇਸ਼ਤਾ ਤਿਲ ਪੀੜੇ ਕਹਾਣੀ। ਕਿਵੇਂ ਕੱਢ ਦਿੱਤਾ ਗੁਰੂ ਨੇ? ਜਿਹੜਾ ਸਾਡੇ ਅੰਦਰ ਵਿਕਾਰ, ਕਈ ਵਾਰੀ ਕਹਿੰਦੇ ਆ ਨਾ ਸਾਡੇ ਅੰਦਰ ਪਾਪ ਹੈ ਜਿਹੜਾ, ਇਹ ਫੁਰਨੇ ਫੁਰਦੇ ਨੇ, ਰੁਕਦੇ ਨਹੀਂ। ਰੁਕਦੇ ਕਿਉਂ ਨਹੀਂ ਜੀ? ਗੁਰੂ ਸ਼ਬਦ ਨਾਲ ਜੁੜੋ। ਗੁਰੂ ਜਿਹੜਾ ਹੈ ਅੰਦਰ ਦੇ ਫੁਰਨੇ ਬਾਹਰ ਕੱਢ ਕੇ ਰੱਖ ਦੇਗਾ। ਜਦੋਂ ਗੁਰੂ ਦੇ ਕੋਲ ਆਵਾਂਗੇ ਤੇ ਜਿਹੜੇ ਅੰਦਰ ਵਿਕਾਰ ਨੇ ਨਾ, ਜਿਵੇਂ ਆਪਰੇਸ਼ਨ ਕਰਕੇ ਡਾਕਟਰ ਅੰਦਰੋਂ ਮੈਲ ਗੰਦਗੀ, ਕੁਝ ਬਾਣੀ ਵਿੱਚ ਕਹਿੰਦੇ ਨੇ, ਆਪਾਂ ਜਿਨ੍ਹਾਂ ਅੰਦਰ ਉਮਰ ਥਲ ਸਹੀ ਜਾਣਨ ਸੂਲੀਆਂ, ਜਿਹਨੂੰ ਰਸੌਲੀ ਕਹਿ ਦਈਏ ਅੱਜ, ਉਮਰ ਥਲ ਅੰਦਰ ਬੜੇ ਰਸੌਲੀ ਹੋ ਜਾਵੇ ਤੇ ਪੀੜਾ ਕਰਦੀ ਹੈ, ਡਾਕਟਰ ਜਾਵੇ, ਡਾਕਟਰ ਕੋਲ ਜਾਈਏ ਤੇ ਉਹ ਕੱਢ ਕੇ ਬਾਹਰ ਰੱਖ ਦਿੰਦਾ, ਦਰਦਾਂ ਖਤਮ ਹੋ ਜਾਂਦੀਆਂ ਨੇ। ਜਿਹੜਾ ਸਾਡੇ ਅੰਦਰ ਇੱਕ ਉਮਰ ਥਲ ਇੱਕ ਫੋੜਾ ਹੈ, ਰਸੌਲੀ ਹੈ, ਜਿਹੜੇ ਸਾਡੇ ਅੰਦਰ ਹਉਮੈ ਦੀ ਹੈ, ਮੇਰੇ ਪਾਸ਼ਾ ਉਹਨੂੰ ਬਾਹਰ ਕੱਢ ਦਿੰਦੇ ਨੇ। ਵਿਕਾਰ ਨੇ ਤੇ ਉਹਨੂੰ ਬਾਹਰ ਕੱਢ ਕੇ ਰੱਖ ਕੇ ਪਰਾਂ ਕਰਦੇ ਨੇ। ਕਿਉਂ? ਕਿ ਗੁਰੂ ਇੱਕ ਵੈਦ ਹੈ। ਜੇ ਸਾਡੇ ਅੰਦਰ ਵਿਕਾਰ ਆ ਗਏ, ਆਚਰਣ ਸਾਡਾ ਡਿੱਗਦਾ ਹੈ, ਤੇ ਮੇਰੇ ਪਾਸ਼ਾ ਕਹਿੰਦੇ ਨੇ, ਅਜ਼ਰਾਈਲ ਜ਼ਮ ਤੈਨੂੰ ਐਵੇਂ ਪੀੜ ਦੇਣਗੇ। ਭਾਈ ਜਿਵੇਂ ਤੇਲੀ ਤਿਲਾਂ ਨੂੰ ਪੀੜਦਾ ਹੈ, ਤੇ ਜਦੋਂ ਤੇਲੀ ਤਿਲਾਂ ਨੂੰ ਪੀੜਦਾ ਹੋਵੇ ਉਹਦੇ ਅੰਦਰ ਕੋਈ ਤਰਸ ਨਹੀਂ ਆਉਂਦਾ, ਰਹਿਮ ਨਹੀਂ ਆਉਂਦਾ। ਕਿਉਂਕਿ ਉਹਦਾ ਰੋਜ਼ ਦਾ ਹੀ ਕੰਮ ਹੈ। ਤੇਲੀ ਦਾ ਕੰਮ ਹੈ ਤਿਲਾਂ ਨੂੰ ਪੀੜਨਾ, ਜਮਾਂ ਦਾ ਕੰਮ ਹੈ ਮਨੁੱਖ ਦੇ ਅੰਦਰ ਜਿਹੜੇ ਵਿਕਾਰ ਨੇ, ਵਿਕਾਰ ਭੋਗ ਕੇ ਪਾਪ ਕੀਤੇ ਨੇ, ਉਹਨਾਂ ਦਾ ਹਿਸਾਬ ਕਿਤਾਬ ਕਰਨਾ, ਉਹਨਾਂ ਨੂੰ ਵਾਰ-ਵਾਰ ਜੰਮਣਾ ਤੇ ਵਾਰ-ਵਾਰ ਮਰਨਾ, ਆਵਾ ਗਾਉਣ ਦੇ ਜੰਮਣ ਮਰਨ ਦੇ ਗੇੜੇ ਵਿੱਚ ਪਾਉਣਾ, ਫਿਰ ਵਾਰ-ਵਾਰ ਕੁੱਖ ਵਿੱਚ ਪੁੱਠਾ ਲਟਕਣਾ। ਮੇਰੇ ਪਾਸ਼ਾ ਕਹਿੰਦੇ ਨੇ, ਜੇ ਕਦੇ ਮਨੁੱਖ ਨੂੰ ਇਹ ਪਤਾ ਲੱਗ ਜਾਏ ਤੇ ਪਾਪ ਆਏਗਾ ਹੀ ਨਹੀਂ ਹੈ, ਮਨ ਦੇ ਵਿੱਚ ਫੁਰਨਾ ਫੁਰੇਗਾ ਹੀ ਨਹੀਂ, ਵਿਕਾਰ ਨੇੜੇ ਹੀ ਆਉਣਗੇ ਨਹੀਂ। ਪਰ ਇਹ ਕੱਟ ਕੌਣ ਸਕਦਾ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਪੂਰਾ ਗੁਰੂ। ਤਾਂ ਹੀ ਅਸੀਂ ਪੜ੍ਹਦੇ ਹਾਂ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਮੇਰੇ ਪਾਸ਼ਾ, ਜੇ ਅਸੀਂ ਅੱਖਾਂ ਦੀ ਗੱਲ ਕਰੀਏ, ਅੱਖਾਂ ਨਾਲ ਵੇਖਣਾ ਮਾੜਾ ਨਹੀਂ ਹੈ। ਅੱਖਾਂ ਬੰਦ ਕਰਨ ਵਾਸਤੇ ਰੱਬ ਨੇ ਨਹੀਂ ਦਿੱਤੀਆਂ, ਵੇਖਣ ਵਾਸਤੇ ਦਿੱਤੀਆਂ ਨੇ। ਪਰ ਮੇਰੇ ਸਾਹਿਬ ਜੀ ਕਹਿੰਦੇ ਨੇ, ਜਿਹੜੀਆਂ ਅੱਖਾਂ ਨੇ ਨਾ, ਇਹਨਾਂ ਅੱਖਾਂ ਨਾਲ ਤੂੰ ਨੇਤਰਾਂ ਨਾਲ ਵੇਖ, ਆਪਣੀ ਪਤਨੀ ਤੋਂ ਇਲਾਵਾ ਬਰਾਬਰ ਦੀ ਨੂੰ ਭੈਣ, ਵੱਡੀ ਮਾਂ ਤੇ ਛੋਟੀ ਨੂੰ ਧੀ, ਫਿਰ ਵੇਖ। ਵਿਕਾਰ ਤੇਰਾ ਕਿਧਰੇ ਕਿਥੇ ਜਾਏਗਾ ਹੀ, ਆਏਗਾ ਹੀ ਨਹੀਂ ਤੇਰੇ ਪਾਸ। ਪਰ ਇਹ ਅੱਖਾਂ ਨਾਲ ਇਸ ਤਰ੍ਹਾਂ ਤਾਂ ਵੇਖਿਆ ਜਾ ਸਕਦਾ ਹੈ ਜੇ ਗੁਰੂ ਦਾ ਸ਼ਬਦ ਸਾਡੇ ਅੰਦਰ ਨਿਕਲ ਜਾਈਏ, ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਵਸਾ ਲਈਏ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਕਾਟੇ ਸੋ ਪਾਪ ਤਿੰਨ ਨਰ ਹੋ ਕੇ, ਉਹਨਾਂ ਮਨੁੱਖਾਂ ਦੇ ਪਾਪ ਕੱਢ ਕੇ ਗੁਰੂ ਨੇ ਬਾਹਰ ਰੱਖਦਾ। ਤੇ ਗੁਰ ਰਾਮਦਾਸ ਜਿਨ ਪਾਇਓ, ਫਿਰ ਅਖੇ ਜਿਨ ਆ ਗਿਆ, ਜਿਨ੍ਹਾਂ ਨੇ ਗੁਰੂ ਰਾਮਦਾਸ ਨੂੰ ਪਾ ਲਿਆ। ਹੁਣੇ ਸ਼ਬਦ ਪੜ੍ਹ ਰਹੇ ਸਨ ਭਾਈ ਸਾਹਿਬ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ, ਜਿਸ ਨੇ ਉਹਨਾਂ ਨੂੰ ਸਿਰਜਿਆ, ਬਣਾਇਆ, ਭਾਵ ਸੰਸਾਰ ਵਿੱਚ ਲਿਆਂਦਾ। ਜਿਨ ਸਿਰਿਆ ਤਿਨੈ ਸਵਾਰਿਆ, ਪਰ ਸਵਾਰਿਆ ਵੇਖੋ ਕਿਵੇਂ? ਪੂਰੀ ਹੋਈ ਕਰਾਮਾਤ। ਕਰਾਮਾਤ ਇਹ ਕਿਸੇ ਜਾਦੂਗਰੀ ਵਾਲੀ ਕਰਾਮਾਤ ਨਹੀਂ, ਕਰਮ ਦੀ ਅੱਤ ਹੋ ਗਈ। ਕਰਮ ਪੂਰੀ ਹੋਈ ਕਰਾਮਾਤ। ਜਦੋਂ ਕਰਮ ਦੀ ਅੱਤ ਹੋ ਗਈ, ਕਰਮ ਦੀ ਅੱਤ ਤੋਂ ਭਾਵ ਹੈ ਜਦੋਂ ਗੁਰੂ ਦਾ ਉਹਨਾਂ ਨੇ ਹੁਕਮ ਮੰਨਿਆ, ਤੇ ਇਹੋ ਜਿਹਾ ਹੁਕਮ ਮੰਨਿਆ, ਆਪਣਾ ਆਪ ਨਿਸ਼ਾਵਰ ਕਰ ਦਿੱਤਾ, ਆਪਣਾ ਆਪ ਗੁਰੂ ਦੇ ਉੱਤੋਂ ਵਾਰ ਦਿੱਤਾ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ।
ਅੱਜ ਅਸੀਂ ਵੀ ਗੁਰੂ ਦਾ ਹੁਕਮ ਮੰਨਦੇ ਆ, ਪਰ ਮੰਨਦੇ ਉਹ ਆ ਜੇ ਕਈ ਵਾਰੀ ਹੁਕਮਨਾਮਾ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈਣਾ ਵੀ ਹੋਵੇ ਨਾ, ਤੇ ਵੇਖਦੇ ਆ ਵੀ ਉੱਥੋਂ ਕਰਕੇ ਹੁਕਮਨਾਮਾ ਕੱਢ ਕੇ ਲਈਏ ਜਿਹੜਾ ਸਾਡੇ ਮਨ ਨੂੰ ਚੰਗਾ ਲੱਗਦਾ, ਜਿਹੜਾ ਸਾਡੇ ਮਨ ਨੂੰ ਭਾਉਂਦਾ ਹੈ। ਜੇ ਕਿਧਰੇ ਹੁਕਮਨਾਮਾ ਸਵੇਰੇ ਸਾਨੂੰ ਇਹ ਮਿਲ ਜਾਵੇ ਵੀ ਗੁਰੂ ਸਾਹਿਬ ਜੀ ਨੇ ਕਿਹਾ ਜਿਵੇਂ ਮੱਛੀ ਤੜਫਦੀ ਹੈ ਇਵੇਂ ਉਹ ਜੀਵ ਤੜਫ ਰਹੇ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚੋਂ ਬਾਣੀ ਵਿਸਰ ਜਾਂਦੀ ਹੈ, ਤੇ ਅਸੀਂ ਸੋਚ ਕੇ ਕੁਝ ਹੋਰ ਆਏ ਸੀ ਵੀ ਅੱਜ ਗੁਰੂ ਸਾਹਿਬ ਜੀ ਦਾ ਨਾ ਉਹ ਹੁਕਮਨਾਮਾ ਆਵੇ ਵੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧਿੰਨਾ। ਜਾਂ ਇਹ ਹੁਕਮਨਾਮਾ, ਇਹ ਗੁਰੂ ਦਾ ਸ਼ਬਦ ਸਾਨੂੰ ਸੁਣਨ ਨੂੰ ਮਿਲ ਜਾਵੇ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਪਰ ਗੁਰੂ ਪਿਆਰਿਓ, ਇਹ ਖੁਸ਼ੀ ਦੇ ਪਿੱਛੇ ਮੇਰੇ ਪਾਤਸ਼ਾਹ ਕਹਿੰਦੇ ਖੁਸ਼ੀ ਤਾਂ ਮਿਲਦੀ ਹੈ ਜੇ ਗੁਰੂ ਨਦਰ ਕਰੇ ਤਾਂ, ਤੇ ਗੁਰੂ ਨਦਰ ਤਾਂ ਕਰਦਾ ਹੈ ਜੇ ਗੁਰੂ ਦੇ ਹੁਕਮ ਨੂੰ, ਗੁਰੂ ਦੇ ਸ਼ਬਦ ਨੂੰ ਤੂੰ ਆਪਣੇ ਅੰਦਰ ਵਸਾਵੇਂ। ਜਦੋਂ ਕੋਈ ਵਿਆਹ ਸ਼ਾਦੀ ਹੋਵੇ, ਪੁੱਤਰ ਦਾ ਜਨਮ ਹੋਵੇ, ਤੇ ਆਪਾਂ ਇਹ ਸ਼ਬਦ ਸਾਰੇ ਸੁਣ ਕੇ ਰਾਜੀ ਹੁੰਦੇ ਆ, ਕਿਹੜਾ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਭਾਈ ਸਾਹਿਬ ਆਹ ਸ਼ਬਦ ਜ਼ਰੂਰ ਸੁਣਾਓ। ਪਰ ਇਸ ਸ਼ਬਦ ਦੇ ਵੇਰੇ ਮੇਰੇ ਮਾਲਕ ਜੀ ਕਹਿੰਦੇ ਨੇ ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਮਨ ਅਤੇ ਤਨ ਤਾਂ ਠੰਡਾ ਹੋ ਸਕਦਾ ਹੈ ਜੇ ਤੇਰੇ ਅੰਦਰ ਗੁਰੂ ਦਾ ਸ਼ਬਦ ਦਾ ਪ੍ਰਵਾਹ ਚੱਲੇ, ਤੇਰੇ ਅੰਦਰੋਂ ਪਾਪ ਵਿਕਾਰ ਜਿਹੜੀ ਹੈ ਮੈਲ ਨਿਕਲ ਜਾਵੇ। ਕਿਉਂਕਿ ਜੇ ਮੇਰੇ ਗੁਰੂ ਦੇ ਕੋਲ ਬੈਠੇ ਆ, ਮੇਰੇ ਪਾਤਸ਼ਾਹ ਕਹਿੰਦੇ ਨੇ ਅੱਖਾਂ ਵੀ ਬੰਦੇ ਦੀਆਂ ਮੈਲੀਆਂ, ਕੰਨ ਮੈਲੇ, ਹੱਥ ਮੈਲੇ, ਪੈਰ ਮੈਲੇ, ਕਿਉਂ ਸਭ ਕੁਝ ਮੈਲਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਮਨ ਮੈਲਾ ਹੈ ਤਾਂ ਅੱਖਾਂ ਮੈਲੀਆਂ ਨੇ। ਮਨ ਜਿਵੇਂ ਹੀ ਮਨੁੱਖ ਨੂੰ ਪ੍ਰੇਰਦਾ ਹੈ ਅੱਖਾਂ ਉਵੇਂ ਵੇਖਦੀਆਂ ਨੇ। ਮਨ ਜਿਵੇਂ ਹੀ ਕੰਨਾਂ ਨੂੰ ਪ੍ਰੇਰਦਾ ਹੈ ਕੰਨ ਉਵੇਂ ਜਾਂ ਸੁਣਦੇ ਨੇ। ਮਨ ਜਿਵੇਂ ਹੀ ਹੱਥਾਂ ਨੂੰ ਪ੍ਰੇਰਦਾ ਹੱਥ ਉਵੇਂ ਹੀ ਕਰਦੇ ਨੇ। ਮਨ ਜਿਵੇਂ ਹੀ ਪੈਰਾਂ ਨੂੰ ਪ੍ਰੇਰਦਾ ਹੈ ਇਹ ਉੱਥੇ ਹੀ ਲੈ ਕੇ ਜਾਂਦੇ ਨੇ, ਪੱਬ ਕਲੱਬ ਵਿੱਚ ਲੈ ਜਾਂਦੇ ਨੇ। ਜੇ ਮਨ ਨੇ ਕਿਹਾ ਵੀ ਗੁਰਦੁਆਰੇ ਲੈ ਚੱਲ ਤੇ ਫਿਰ ਇਹ ਪੈਰ ਗੁਰਦੁਆਰੇ ਲੈ ਆਉਂਦੇ ਨੇ। ਗੱਲ ਕੀ ਹੈ? ਮਨ ਦੇ ਉੱਤੇ ਕਾਬੂ ਪਾਉਣਾ ਹੈ। ਮਨ ਉੱਤੇ ਕਾਬੂ ਕਿਸੇ ਸੋਟੀ ਨਾਲ, ਕਿਸੇ ਡੰਡੇ ਨਾਲ, ਜਿਵੇਂ ਪਸ਼ੂ ਨੂੰ ਤੇ ਕਿਸੇ ਸੋਟੀ ਡੰਡੇ ਦੇ ਨਾਲ ਕਾਬੂ ਪਾ ਲਿਆ ਜਾਂਦਾ, ਉਹਨੂੰ ਨੱਥ ਪਾ ਲਈ ਜਾਂਦੀ ਹੈ। ਪਰ ਮਨ ਜਿਹੜਾ ਹੈ ਸਤਬੂਲ ਅਵਸਥਾ ਨਹੀਂ ਹੈ। ਮਨ ਫੁਰਨਿਆਂ ਦਾ ਸਮੂਹ ਹੈ, ਤੇ ਜਿਹੜੇ ਫੁਰਨੇ ਨੇ ਇਹ ਮਨੁੱਖ ਦੇ ਅੰਦਰੋਂ ਬਣਦੇ ਨੇ। ਇਹਨਾਂ ਫੁਰਨਿਆਂ ਦੇ ਉੱਤੇ ਕਾਬੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦਾਂ ਦੇ ਨਾਲ ਪੈ ਸਕਦਾ ਹੈ। ਤੇ ਜਦੋਂ ਫੁਰਨਿਆਂ ਉੱਤੇ ਕਾਬੂ ਪਾ ਲਵਾਂਗੇ ਸ਼ਬਦਾਂ ਦੁਆਰਾ, ਤੇ ਫਿਰ ਮਨ ਮੰਨੋ ਕਿ ਕਾਬੂ ਆ ਗਿਆ। ਜਿਹਦੇ ਮਨ ਕਾਬੂ ਆ ਗਿਆ ਤੇ ਨੇਤਰ ਵੀ ਕਾਬੂ ਆ ਗਏ, ਮਾੜਾ ਨਹੀਂ ਵੇਖਣਗੇ। ਹੁਣ ਮਨ ਕਾਬੂ ਆ ਗਿਆ ਤੇ ਕੰਨ ਵੀ ਕਾਬੂ ਆ ਗਏ। ਹੁਣ ਕੰਨਾਂ ਦੇ ਨਾਲ ਮਨੁੱਖ ਮਾੜਾ ਨਹੀਂ ਸੁਣੇਗਾ, ਕਿਉਂ ਮਨ ਇਹ ਆਖ ਰਿਹਾ ਹੈ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰੋ, ਹਰ ਰੰਗ ਜਪਿਓ ਸਾਰੰਗ ਪਾਣੀ। ਕਹੈ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਹੁਣ ਮਨ ਨੇ ਇਹ ਕਹਿ ਦਿੱਤਾ ਵੀ ਹੁਣ ਗਾ, ਗੁਰੂ ਦੀ ਬਾਣੀ ਨੂੰ ਧਿਆ, ਗੁਰੂ ਦੇ ਬਾਣੀ ਦਾ ਸਿਮਰਨ ਕਰ, ਕੰਨਾਂ ਨਾਲ ਸੁਣ। ਕਿਉਂ ਮਨ ਨੇ ਕਿਹਾ, ਤੇ ਮਨ ਨੇ ਕਿਹਾ ਹੱਥਾਂ ਦੇ ਨਾਲ ਧੋਣ ਸੇਵਾ ਕਰ। ਮਨ ਨੇ ਕਿਹਾ ਕਿ ਪੈਰਾਂ ਨਾਲ ਚੱਲ ਕੇ ਗੁਰੂ ਕੀ ਸ਼ਰਨ ਵਿੱਚ ਜਾ। ਮਨ ਨੇ ਕਿਹਾ ਇਹਨਾਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰਿਆ ਕਰ। ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਫਿਰ ਕਿਹਾ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖਾਂ ਅਤੇ ਸੰਗਤਾਂ ਨੇ ਉਸੇ ਹੀ ਭਾਈ ਜੇਠੇ ਨੂੰ ਧੰਨ ਗੁਰੂ ਰਾਮਦਾਸ ਜਾਣ ਕਰਕੇ ਨਮਸਕਾਰ ਕਰ ਦਿੱਤੀ, ਕਿਉਂਕਿ ਆਪ ਸਿਰਜਣਹਾਰ ਮਾਲਕ ਉਸ ਹਿਰਦੇ ਘਰ ਦੇ ਵਿੱਚ ਟਿਕ ਗਿਆ ਹੈ। ਤੇ ਗੁਰੂ ਪਿਆਰਿਓ, ਜਿਸ ਮਨੁੱਖ ਦੇ ਹਿਰਦੇ ਘਰ ਵਿੱਚ ਉਹ ਪਰਮਾਤਮਾ ਆਪ ਟਿਕ ਜਾਵੇ, ਕਾਟੇ ਸੋ ਪਾਪ ਤੇ ਨਰ ਹੋ ਕੇ, ਉਥੇ ਪਾਪ ਨਹੀਂ ਰਹਿੰਦਾ, ਉਥੇ ਵਿਕਾਰ ਨਹੀਂ ਰਹਿੰਦੇ, ਉਥੇ ਅੰਧਕਾਰ ਨਹੀਂ ਰਹਿੰਦਾ, ਉਥੇ ਨਿਰੰਕਾਰ ਦਾ ਵਾਸਾ ਹੋ ਜਾਂਦਾ ਹੈ। ਉਥੇ ਅਗਿਆਨਤਾ ਨਿਕਲ ਕੇ ਬਾਹਰ ਆ ਜਾਂਦੀ ਹੈ। ਅਗਿਆਨ ਨਹੀਂ, ਗਿਆਨ ਦੀ ਆਂਧੀ ਆ ਜਾਂਦੀ ਹੈ। ਧਿਆਨ ਦਿਆ ਜੀ।
ਦੇਵਪੁਰੀ ਮਹਿ ਗਇਓ। ਭੱਟ ਸਾਹਿਬਾਨ ਹਰਬੰਸ ਭੱਟ ਜੀ ਕਹਿੰਦੇ ਨੇ ਦੇਵਪੁਰੀ। ਦੇਵਪੁਰੀ ਕਿਹੜੀ ਹੈ? ਹਰੀ ਦੀ ਨਗਰੀ, ਭਾਵ ਰੱਬ ਦਾ ਘਰ। ਦੇਵਪੁਰੀ ਮਹਿ ਗਇਓ। ਗਇਓ ਆਪ ਪਰਮੇਸ਼ਰ ਭਾਇਓ। ਆਪ ਪਰਮੇਸ਼ਰ ਨੂੰ, ਪਰਮਾਤਮਾ ਨੂੰ ਭਾ ਗਏ। ਕਈ ਵਾਰੀ ਕਹਿੰਦੇ ਨੇ ਫਲਾਣਾ ਮੇਰੇ ਮਨ ਨੂੰ ਭਾ ਗਿਆ। ਕਈ ਵਾਰੀ ਅਸੀਂ ਕਹਿੰਦੇ ਆ ਕੱਪੜਾ ਮੇਰੇ ਮਨ ਨੂੰ ਭਾ ਗਿਆ, ਵੀ ਆਹ ਜਿਹੜਾ ਬੱਚਾ ਹੈ ਮੇਰੇ ਮਨ ਨੂੰ ਭਾ ਗਿਆ। ਬੰਦਾ ਬੰਦੇ ਦੇ ਮਨ ਨੂੰ ਤੇ ਭਾ ਜਾਂਦਾ ਹੈ, ਪਰ ਕਿਧਰੇ ਗੁਰੂ ਦੇ ਮਨ ਨੂੰ ਭਾ ਜਾਵੇ ਨਾ, ਕਿਧਰੇ ਗੁਰੂ ਕਹਿ ਦਵੇ ਵੀ ਆਹ ਸਿੱਖ ਮੇਰੇ ਮਨ ਨੂੰ ਭਾ ਗਿਆ ਹੈ, ਤੇ ਗੁਰੂ ਪਿਆਰਿਓ ਜਿਹੜਾ ਗੁਰੂ ਦੇ ਮਨ ਨੂੰ ਭਾ ਜਾਵੇ ਨਾ, ਉਹਦੇ ਅੰਦਰ ਦੇ ਵਿਕਾਰ ਬਾਹਰ ਆ ਜਾਂਦੇ ਨੇ। ਉਹਦੇ ਅੰਦਰ ਫੁਰਨੇ ਮਾੜੇ ਨਹੀਂ, ਫਿਰ ਉਹਦੇ ਅੰਦਰ ਪਾਪ ਨਹੀਂ ਰਹਿੰਦੇ। ਜਿਹੜਾ ਗੁਰੂ ਦੇ ਮਨ ਨੂੰ ਭਾ ਜਾਵੇ। ਧੰਨ ਗੁਰੂ ਅਮਰਦਾਸ ਮਹਾਰਾਜ ਤੁਹਾਨੂੰ ਭਾਈ ਜੇਠਾ ਜੀ ਤੁਹਾਡੇ ਮਨ ਨੂੰ ਇਹੋ ਜਿਹੇ ਭਾਏ ਕਿ ਉਹ ਜਿਹੜੀ ਜੋਤ ਸੀ ਤੁਸੀਂ ਉੱਥੇ ਟਿਕਾ ਦਿੱਤੀ। ਤੁਸੀਂ ਆਪਣੇ ਵਰਗਾ ਬਣਾ ਲਿਆ, ਆਪਣਾ ਸਰੂਪ ਜਿਹੜਾ ਬਦਲਾ ਕੇ ਰਾਮਦਾਸ ਦੇ ਵਿੱਚ ਤਬਦੀਲ ਹੋ ਗਏ। ਭੱਟ ਜੀ ਕਹਿ ਰਹੇ ਨੇ ਦੇਵਪੁਰੀ ਮਹਿ ਗਇਓ। ਆਪ ਪਰਮੇਸ਼ਰ, ਆਪ ਜੀ ਰੱਬ ਨੂੰ ਗੁਰੂ ਰਾਮਦਾਸ ਜੀ ਭਾ ਗਏ। ਤੇ ਜਦੋਂ ਰੱਬ ਨੂੰ ਭਾਏ ਉਸੇ ਵਿੱਚ ਲਿਵ ਲੀਨ ਹੋ ਗਏ, ਉਸੇ ਪਾਸ ਗੁਰੂ ਰਾਮਦਾਸ ਜੀ ਪਹੁੰਚ ਗਏ। ਹਰ ਸਿੰਘਾਸਣ। ਹੁਣ ਅੱਗੇ ਗੁਰੂ ਰਾਮਦਾਸ ਜੀ ਕੀ ਕਰਦੇ ਨੇ? ਹਰ ਸਿੰਘਾਸਣ। ਸਿੰਘਾਸਣ ਕਿਹਨੂੰ ਕਹਿੰਦੇ ਨੇ? ਤਾਜੋ ਤਖਤ ਕਹਿ ਲਓ। ਸਿੰਘਾਸਣ ਤੋਂ ਭਾਵ ਜਿਸ ਆਸਣ ਤੇ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਨੇ। ਗੱਲ ਕੀ ਹੈ? ਉਸ ਸਿੰਘਾਸਣ ਦੀ ਕਰ ਲਈਏ, ਜੋਤ ਦੀ ਗੱਲ ਕਰ ਲਈਏ। ਕਿਆ ਹਰ ਸਿੰਘਾਸਣ ਦਿਓ। ਹਰੀ ਨੇ ਤੁਹਾਨੂੰ ਆਪਣੇ ਘਰ ਦੇ ਵਿੱਚ ਸਿੰਘਾਸਣ ਦੇ ਦਿੱਤਾ। ਜਦੋਂ ਕੋਈ ਵੀ ਕਿਸੇ VIP ਜਦੋਂ ਮੀਟਿੰਗਾਂ ਚੱਲਦੀਆਂ ਨੇ ਤੇ ਉਹਨਾਂ ਥਾਵਾਂ ਤੇ ਵੇਖਣ ਨੂੰ ਕਈ ਵਾਰੀ ਮਿਲਦਾ ਹੈ ਵੀ ਉੱਥੇ ਹਰ VIP ਵਾਸਤੇ ਮਨੁੱਖ ਜਿਹਨੇ ਆਉਣਾ ਹੁੰਦਾ ਹੈ ਨਾ, ਉਹਦੀ ਚੇਅਰ ਲੱਗੀ ਹੁੰਦੀ ਹੈ ਤੇ ਉਹਦੀ ਚੇਅਰ ਦੇ ਉੱਤੇ ਉਹਦੇ ਨਾਮ ਦੀ ਫੱਟੀ ਰੱਖੀ ਹੁੰਦੀ ਹੈ। ਜਦੋਂ ਕੋਈ ਸੈਮੀਨਾਰ ਹੋਵੇ ਜਾਂ ਕੋਈ ਮੀਟਿੰਗ ਹੋਵੇ ਤੇ ਚੇਅਰ ਦੇ ਉੱਤੇ ਉਹਦੇ ਨਾਮ ਦੀ ਫੱਟੀ ਰੱਖੀ ਹੁੰਦੀ ਹੈ ਵੀ ਉਸ ਨੇ ਉਸੇ ਹੀ ਚੇਅਰ ਤੇ ਆ ਕੇ ਬਹਿਣਾ। ਧਿਆਨ ਦਿਆ ਜੇ ਜਿਹੜੇ ਰੱਬ ਦੇ ਘਰ ਪਰਵਾਣੇ ਗਏ ਨੇ ਨਾ, ਉਹਨਾਂ ਦੇ ਘਰ ਉਹਨਾਂ ਵਾਸਤੇ ਵੀ ਰੱਬ ਦੇ ਘਰ ਵਿੱਚ ਸਿੰਘਾਸਣ ਲੱਗਾ ਹੋਇਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਮਾਣ ਪ੍ਰਭਤਾ ਵਡਿਆਈ ਵਾਸਤੇ ਉਹਨਾਂ ਦਾ ਆਸਣ ਬਣਿਆ। ਉਹਨਾਂ ਨੂੰ ਤਖਤ ਰੱਬ ਦਿੰਦਾ ਹੈ, ਉਹਨਾਂ ਨੂੰ ਆਪਣੀ ਗੋਦ ਵਿੱਚ ਥਾਂ ਦਿੰਦਾ ਹੈ। ਪਰ ਜਿਹੜੇ ਰੱਬ ਨੂੰ ਪਰਵਾਣੇ ਜਾਣ, ਭੱਟ ਜੀ ਕਹਿ ਰਹੇ ਨੇ ਹਰ ਸਿੰਘਾਸਣ ਦਿਓ। ਧੰਨ ਗੁਰੂ ਰਾਮਦਾਸ ਤੁਹਾਨੂੰ ਨਿਰੰਕਾਰ ਨੇ ਆਪਣੇ ਘਰ ਵਿੱਚ ਆਸਣ ਦਿੱਤਾ ਹੈ, ਸਿੰਘਾਸਣ ਦਿੱਤਾ ਹੈ, ਤਾਜੋ ਤਖਤ ਦਿੱਤਾ ਹੈ। ਸ੍ਰੀ ਗੁਰ ਤਹਿ ਬੈਠਾਇਓ। ਸ੍ਰੀ ਗੁਰ ਤੋਂ ਭਾਵ ਹੈ ਧੰਨ ਗੁਰੂ ਰਾਮਦਾਸ ਮਹਾਰਾਜ। ਤਹਿ ਬੈਠਾਇਓ। ਤਹਿ ਤੋਂ ਭਾਵ ਹੈ ਉਸ ਸਿੰਘਾਸਣ ਉੱਤੇ ਤੁਹਾਨੂੰ ਬਿਠਾਇਆ। ਉਹ ਕਿਹੜਾ ਸਿੰਘਾਸਣ ਸੀ? ਜਿਹੜਾ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ ਹੈ, ਜਿਹੜਾ ਉਸ ਨਿਰੰਕਾਰ ਕਰਤਾਰ ਪਰਵਦਗਾਰ ਪਰਮੇਸ਼ਰ ਦੇ ਘਰੋਂ ਵਡਿਆਈ ਜਿਹੜੀ ਉਸ ਪ੍ਰਭੂ ਨੇ ਗੁਰੂ ਨਾਨਕ ਨੂੰ ਵਡਿਆਈ ਦਿੱਤੀ ਹੈ, ਉਸ ਸਿੰਘਾਸਣ ਦਾ ਤੁਹਾਨੂੰ ਮਾਲਕ ਬਣਾਇਆ। ਉਸ ਸਿੰਘਾਸਣ ਤੇ ਧੰਨ ਗੁਰੂ ਰਾਮਦਾਸ ਜੀ ਤੁਹਾਨੂੰ ਪ੍ਰਭੂ ਨੇ, ਪ੍ਰਮਾਤਮਾ ਨੇ ਬਿਠਾਇਆ। ਹਰ ਸਿੰਘਾਸਣ ਦਿਓ ਸ੍ਰੀ ਗੁਰ ਤਹਿ ਬੈਠਾਇਓ। ਰਹੱਸ ਕੀਓ। ਰਹੱਸ ਤੋਂ ਭਾਵ ਹੈ ਖੁਸ਼ੀ। ਕੀਓ ਤੋਂ ਭਾਵ ਹੈ ਖੁਸ਼ੀ ਕੀਤੀ। ਕਿਹਨਾਂ ਨੇ ਖੁਸ਼ੀ ਮਨਾਈ? ਮੰਗਲਾਚਾਰ ਕਿਹਨਾਂ ਨੇ ਕੀਤੇ? ਕਿਆ ਰਹੱਸ ਕੀਓ ਸੁਰ ਦੇਵ। ਸੁਰ ਮੀਨਸ ਦੇਵਤੇ। ਸੁਰ ਦੇਵ, ਦੇਵ ਵਾਲਿਆ ਦੇਵਤੇ ਜਿਹੜੇ ਸਨ, ਉਹਨਾਂ ਨੇ ਰਹੱਸ ਤੋਂ ਭਾਵ ਹੈ ਖੁਸ਼ੀ ਮਨਾਈ ਹੈ। ਦੇਵਤਿਆਂ ਨੇ ਖੁਸ਼ੀ ਮਨਾਈ ਹੈ। ਪੜ੍ਹਦਿਆਂ ਨਾ ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਿਉਂ ਮਨਾਈ?
जियो निर्मल बाहरों निर्मल, बाहरों ता निर्मल जियो निर्मल। सतगुर ते करनी कमाणी, कूड़ की सोए पहुँचै नाही, मनसा साय समाणी। जन्म तन जिनी खटिया भले सेवन जारे, कह नानक जिन मन निर्मल सदा रह गुर नाले। भाई जिन्हां दा मन निर्मल पवित्र हो गया, गुरु उन्हां दे नाल है। गुरु उन्हां दे नाल ही निरा नहीं, उन्हां दे विच गुरु समाया होया है। श्री गुर रामदास महाराज तहें बिठायो, जदों तुहानूं संघासन ते बिठाया, जदों तुहाडे सिर दे उत्ते शीश उत्ते छतर झुलिया, तुहाडे शीश उत्ते जदों चवर ढुल रहा है, छतर झुल रहा है, सिंघासन ते बैठे हो, ते देवते भी वेख के तुहानूं खुश हो रहे हैं। अज भी वेखो गुरु रामदास महाराज दे दरबार विच जाओ, अमृतसर शिफ्टी दे घर जिस पासों निकलोगे, जदों असीं अमृतसर आरंभ करते हैं, अंदर एंटर होंदे आ ते थां थां ते गेट बने हुए ने, ते थां थां ते लिखिया है धन धन रामदास गुर, जिन सिरिया तिने सवारिया। जिस पासों ही अंदरों एंटर होवोगे, अंदर एंट्री करते हो, ते हर दे मुख दे उत्ते ही आवाज निकलती है, धन गुरु रामदास, धन गुरु रामदास दी आवाज ही निकल रही है। हर दी रसना उत्ते गुरु रामदास शब्द है। गुरु रामदास तो इलावा होर उत्थे कुछ नहीं वरतदा, हमेशा झड़ी लगी रहिंदी है। भट्ट जी कहंदे ने श्री गुर तहें बैठायो रहस कियो, रस तो भाव है खुशी कीती। किना ने? सुर मीनस देवतियां ने। ते जिहड़ा सुर दा शब्द है ना असुर, असुर कहांगे दैंत, राक्षस बुद्धि वाले। ध्यान दिया जी, धन गुरु गोबिंद सिंह साहब महाराज दी पावन लाइन है गुरु की बाणी दी, क्या कुकिरत कर्म जे जग में करही, नाम असुर तिन को सब धरही। कुकिरत कर्म जे जग में करही, जेड़े कुकिरत, एक होंदी किरत, एक होंदी सुकिरत, चंगी किरत, ते जेड़े कुकिरत भाव माड़ी किरत करते ने, माड़े कर्म करते ने, कुकिरत कर्म जे जग में करही, नाम असुर तिन को सब धरही। सारे ओनू राक्षस कहंदे ने। असुर, सुर दा विपरीत शब्द हो गया असुर। असुर तो हो गया दैत, राक्षस बुद्धि वाला। कई बारी असीं कई बारी कह दिंदे आ ना भूत ने, ते जेड़ा मनुख नशे की वरतों जिन्हें कीती होवे, आपे तो बाहर निकलिया होवे, ते आम पिंडां विच शब्द वरत देंदे ने, ये बंदा है कि भूतना है। भूतने तो भाव है ओदे अंदर हुण माड़े फुरने फुर रहे ने, विकार ओदे अंदर भरे हुए ने, ते ओदी जिहड़ी सोचण शक्ति है गई है, खत्म हो गई। हुण मनुखां वाला नहीं, ओदा सुभाਅ रह गया, ओदा पशुआं वाला बन गया। ते मेरे पातशाह जी कहंदे ने पशु प्रेत मुगत को तारे, पाहण पार उतारे। ते जे बंदिया तेरी पशुआं वाली भी बिरती हो गई है ना, जे गुरु दी नदर हो गई ते तेनू ओ पशु बिरती तेरी कढ के। हुण मनुख गुरु कोल क्यों आउंदा है? मनुख नूं गुरु दे कोल क्यों आउणा पैंदा है? ते मनुख दे अंदर पशु बिरती है, जिसनूं गुरु अर्जन साहब महाराज जी कहंदे ने करतूत पशु की मानस जात। मनुखा वाला जन्म लैके करतूतां मनुख पशुआं वालियां करदा है, ते गुरु की करदा है? पशु वाली जिहड़ी बिरती कढ के गुरमुखां वाली बिरती बना दिंदा। पशु जिहड़ा पशुपन है, मनुख पशु किवें बनदा है? पशु हुंदा नहीं है। पशुआं वाले जदों काम करदा है ना, उदों मेरे पातशाह कहंदे ने बंदिया तू बंदियां वाले काम कर। आपां पढ़दे आ ना, कर बंदे तू बंदगी। बंदे नूं बंदगी करन वास्ते क्या, पशु नूं कदे नहीं क्या किसी ने भी पशुआ तू पशुआं वाले काम कर। बंदे नूं तां आख्या जांदा है बंदा बन के बंदा बंदियां वाले काम नहीं करदा। क्या कर बंदे तू बंदगी। फिर अगे क्या, जिचर घट में सा को किरत माड़े कर्म ना करी जा, नाम असुर तिन को सब धरही। भाई जेड़े को कर्म करते ने उन्होंने असुरां दे विच किया जाता है, पर इत्थे गुरु साहब जी दे प्रथाए कह रहे ने, पाटर हस कियो सुर देव
ਦੇਵਤਿਆਂ ਨੇ ਰਹੱਸ ਤੋਂ ਭਾਵ ਹੈ ਖੁਸ਼ੀ ਮਨਾਈ ਹੈ ਕਿ ਤੋਹੇ ਜਸ, ਤੋਹੇ ਤੋਂ ਭਾਵ ਗੁਰੂ ਰਾਮਦਾਸ, ਸਾਰੀ ਮਨੁੱਖਤਾ ਤੇਰਾ ਜਸ ਕਰ ਰਹੀ ਹੈ। ਜੈ ਜੈ ਜੰਪੈ, ਜੰਪੈ ਤੋਂ ਭਾਵ ਹੈ ਜਪਣਾ, ਜੈ ਤੋਂ ਭਾਵ ਹੈ तो जय जयकार, जयकार कियो धर्मिया का पापी को दंड दियो। ते जयकार तो भाव है खुशी, जयकार तो भाव है प्रभता, प्रगट होना, मान वडियाई। गुरु रामदास जी महाराज तुहाडी थां थां ते प्रभता दे तुहाडे गुण गाए जा रहे ने। असुर गए ते भाग, असुर, सुर का शब्द विपरीत हो गया असुर, असुर पुणा। जिन्हां दे उत्ते तुहाडी कृपा हो गई, उन्हां दे अंदरों जिहड़े दायंत पुणा सी, विकारां वाली मत सी, अंदरों दातिया तुसीं कृपा कीती ते कढ दित्ती। ऑपरेशन जिवें डॉक्टर करदा है, तुसीं कढ के उसनूं बाहर रख दिता। असुर गए ते भाग, उन्हां दे विचों विकारां वाली बिरती नस गई। जिवें चानना होंदा है, हनेरा नस जाता है। जिन्हां दे उत्ते गुरु की रहमत होंदी है, ज्ञान का प्रकाश मिलता है, ते उन्हां दे अंदरों अज्ञान निकल जाता है। पर किवें? काटे सो पाप तिन नरहों के गुर रामदास जिन पायो। जिसने गुरु रामदास दी रहमत प्राप्त कर ली, जिसने गुरु रामदास दी बख्शिश, पर यह बख्शिश पता किवें मिलती है? असीं जपजी साहब नूं वेख लीए, मड़ा जिहा झात मार लीए, उहदे विच खंड आउंदे ने, धर्म खंड, ज्ञान खंड, शर्म खंड ते कर्म खंड, ते बाद विच लास्ट विच आउंदा सच खंड। ਇਹ ਅਸੀਂ ਬਾਣੀ ਪੜ੍ਹਦੇ ਆ ਨਾ ਜਪਜੀ ਸਾਹਿਬ ਵਿੱਚ। ਮੇਰੇ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਧਰਮ ਖੰਡ ਦਾ ਤੈਨੂੰ ਧਾਰਨੀ ਬਣਨਾ ਪਏਗਾ। ਧਰਮ, ਧਰਮ ਖੰਡ ਦਾ ਧਾਰਨੀ ਬਣੇਗਾ ਨਾ ਜਦੋਂ ਧਰਮ ਨੂੰ ਅਪਣਾਏਗਾ ਤੇ ਫਿਰ ਤੇਰੇ ਅੰਦਰ ਗਿਆਨ ਆ ਜਾਏਗਾ, ਗਿਆਨ ਦੀ ਆਂਧੀ ਆ ਜਾਏਗੀ। ਪਹਿਲਾਂ ਤੇ ਧਰਮ ਨੂੰ ਅਪਣਾ, ਤੇ ਜਦੋਂ ਧਰਮ ਨੂੰ ਅਪਣਾਇਆ ਫਿਰ ਤੇਰੇ ਅੰਦਰ ਗਿਆਨ ਆਇਆ। ਗਿਆਨ ਕਿਹੜਾ? ਗੁਰੂ ਦਾ ਗਿਆਨ। ਗਿਆਨ ਲਈ ਗਿਆਨ ਅਸੀਂ ਬੜਾ ਲੈਨੇ ਆ, ਗਿਆਨ ਲੈਣ ਲਈ ਅਸੀਂ ਸਾਰੀ ਦੀ ਸਾਰੀ ਕਈ ਵੀ ਉਮਰ ਲਾ ਦਿੰਨੇ ਆ। ਸਕੂਲ ਵਿੱਚ ਪੜ੍ਹਨੇ ਆ, ਕਾਲਜ ਵਿੱਚ ਜਾਂਦੇ ਆ, ਬੜੀਆਂ ਬੜੀਆਂ ਡਿਗਰੀਆਂ ਹਾਸਲ ਕਰਨੇ ਆ, ਉਹ ਦੁਨਿਆਵੀ ਗਿਆਨ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਧਰਮ ਤੇ ਫਿਰ ਗਿਆਨ। ਗਿਆਨ ਕਿੱਥੇ ਮਿਲਦਾ ਹੈ? ਗੁਰੂ ਦੇ ਪਾਸ। ਦੀਵਾ ਬਲੈ ਅੰਧੇਰਾ ਜਾਏ, त्यों गुर ज्ञान अज्ञान तजाए। जिमें दीवा बलदा है, हनेरा नसदा है, इसे तरह जिहड़ा गुरु है अज्ञान का हनेरा कढ़ के ज्ञान दिंदा है, प्रकाश दिंदा है। पर जे पहला धर्म नूं धारण करिए, पहली गल तो असीं धर्म नूं धारण ही नहीं करते, असीं ते धर्मी बनते ही नहीं, धर्म वाले पासे ते मुड़ते ही नहीं। धर्म एक धारण करना है। जिमें स्कूल दे विच दाखला लैना होवे ते जे बंदा दाखला ही ना लवे ते फिर कवे कि मैं किसी रुतबे दा हासिल, किसी रुतबे नूं हासिल कर लवां, नहीं हो सकता। जे बच्चा कवे मैं डिसिपलिन विच रहना नहीं, मैं स्कूले जाना नहीं, अटेंडेंस लगानी नहीं, ते मैनूं रुतबा बहुत उच्चा चाहिए, डिग्री मैनूं वड्डी चाहिदी है, कदी नहीं हो सकता। ये बहुत गल पॉसीबल नहीं है। कहण तो भाव है जे बंदिया तू गुरु की शरण विच आउणा ही नहीं, धर्म नूं धारण ही नहीं करना, ते फिर ज्ञान कित्थों आएगा? जे स्कूल विच बच्चे ने जाना ही नहीं, इम्तिहान विच पास नहीं होना, ते उहनूं अहुदा किवें मिलेगा? ने मनुख तू गुरु दे ज्ञान नूं हासिल नहीं करना, गुरु दी बाणी नूं मनना नहीं, ते दाखला ही नहीं लैना। दाखला तो भाव पता मैं की कहना चाहुंदा वां? जे असी दाखला वह है जिन्हों असी पंजां ककारां दी वर्दी कहने हैं, केसां विच कंघा, कड़ा, कशहरा ते कृपाण। यह है गुरु दे घर विच दाखला लैना, धर्म नूं धारण करना। उस तो फिर बाद ज्ञान शुरू होंदा है। बाणी, बाणी नूं विचारना, बाणी उत्ते अमल करना, बाणी नूं अपने जीवन दे विच धारण करना, फिर ज्ञान आउंदा है। ते जिथे ज्ञान आ जावे ना, फिर अगे आ गया शर्म खंड। शर्म तो भाव है
ਉਦਮ ਹੋਣਾ। ਜਦੋਂ ਬੰਦਾ ਉਦਮੀ ਹੋ ਜਾਂਦਾ ਹੈ, ਧਰਮ ਆ ਗਿਆ, ਗਿਆਨ ਆ ਗਿਆ, ਤੇ ਗਿਆਨ ਦੇ ਨਾਲ ਜਦੋਂ ਉਦਮ ਕਰਦਾ ਹੈ, ਉਦਮ ਤੇ ਅਸੀਂ ਕਰਦੇ ਹਾਂ ਸਾਰੇ ਹੀ, ਜੇ ਗਿਆਨ ਹੋਵੇ, ਜਿਹੜਾ ਗਿਆਨ ਨਾਲ ਉਦਮ ਕਰਦਾ ਹੈ ਉਹਨੂੰ ਮੰਜ਼ਿਲ ਜਲਦੀ ਮਿਲ ਜਾਂਦੀ ਹੈ। ਵੇਖੋ, ਤੇ ਜਿਹੜਾ ਜਿਹਦੇ ਕੋਲ ਗਿਆਨ ਨਹੀਂ ਹੈ ਉਹ ਐਵੇਂ ਟੱਕਰਾਂ ਮਾਰੀ ਜਾਵੇ, ਉਹਨੂੰ ਮੰਜ਼ਿਲ ਨਹੀਂ ਮਿਲ ਸਕਦੀ, ਉੱਥੇ ਦਾ ਉੱਥੇ ਖੜਾ ਰਹਿ ਜਾਂਦਾ ਹੈ। ਪਰ ਜੇ ਜਿਹੜਾ ਗਿਆਨਵਾਨ ਹੈ ਉਹਨੂੰ ਮੰਜ਼ਿਲ ਬੜੀ ਛੇਤੀ ਮਿਲਦੀ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਪਹਿਲਾਂ ਧਰਮ ਫਿਰ ਗਿਆਨ, ਤੇ ਜਦੋਂ ਗਿਆਨ ਆਏਗਾ ਫਿਰ ਸ਼ਰਮ ਖੰਡ। ਸ਼ਰਮ ਤੋਂ ਭਾਵ ਇਹ ਹੈ ਕਿ ਉਦਮੀ ਹੋ ਜਾ, ਤੇ ਜਦੋਂ ਮਨੁੱਖ ਉਦਮੀ ਹੋ ਗਿਆ ਫਿਰ ਅੱਗੇ ਆਉਂਦਾ ਕਰਮ ਖੰਡ। ਕਰਮ ਤੋਂ ਭਾਵ ਹੈ ਫਿਰ ਰੱਬ ਦੀ ਮਿਹਰ ਹੁੰਦੀ ਹੈ। ਆ ਕਈ ਵਾਰੀ ਗੱਡੀਆਂ ਤੇ ਲਿਖਿਆ ਹੁੰਦਾ ਹੈ ਮਿਹਨਤ ਮੇਰੀ ਰਹਿਮਤ ਤੇਰੀ, ਤੇ ਜੇ ਬੰਦਿਆਂ ਤੋਂ ਮਿਹਨਤ ਹੀ ਨਹੀਂ ਕਰੇਗਾ ਤੇ ਰਹਿਮਤ ਕਿਵੇਂ ਹੋ ਸਕਦੀ ਹੈ? ਰਹਿਮਤ ਤਾਂ ਹੀ ਹੈ ਜੇ ਮਿਹਨਤ ਕਰੇਗਾ। ਰਹਿਮਤ ਉਹਦੀ ਵਰਤਦੀ ਹੈ। ਜੇ ਤੂੰ ਗੁਰੂ ਘਰ ਵੱਲ ਆਵੇਂ, ਅੱਗੇ ਚੱਲੇਗਾ ਤੇ ਰਹਿਮਤ ਜ਼ਰੂਰ ਵਰਤ ਜਾਏਗੀ। ਮੈਂ ਕਈ ਵਾਰੀ ਅਸੀਂ ਕਹਿੰਦੇ ਆ ਵੀ ਗੁਰਦੁਆਰੇ ਆਉਣਾ ਹੋਵੇ ਨਾ, ਵੀ ਅੱਜ ਮੀਂਹ ਪੈ ਰਿਹਾ ਹੈ, ਅੱਜ ਆਹ ਹੋ ਰਿਹਾ ਹੈ, ਆਪਾਂ ਕਈ ਵਾਰੀ ਬਹਾਨੇ ਲਾ ਲੈਂਦੇ ਆ। ਪਰ ਜਿਨ੍ਹਾਂ ਨੇ ਆਉਣਾ ਹੋਵੇ, ਕਈ ਵਾਰੀ ਘਰੋਂ ਬਾਹਰ ਨਿਕਲੋ ਸਹੀ। ਜੇ ਗੁਰਦੁਆਰਾ ਬੰਗਲਾ ਸਾਹਿਬ, ਸੀਸਗੰਜ ਸਾਹਿਬ ਆਉਣਾ ਹੋਵੇ ਨਾ, ਤੇ ਕਈ ਵਾਰੀ ਸੰਗਤ ਇਵੇਂ ਜੀ ਜਾ ਰਹੀ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਵੀ ਗੁਰਦੁਆਰੇ ਜਾਣ ਵਾਲਾ ਹੈ। ਉਸੇ ਵੇਲੇ ਇਸ਼ਾਰਾ ਦੇ ਕੇ ਕਹਿੰਦੇ ਨੇ ਆਓ ਜੀ ਭਾਜੀ, ਤੁਹਾਨੂੰ ਗੁਰਦੁਆਰੇ ਜਾਣਾ? ਕਹਿੰਦੇ ਹਾਂ, ਚਲੋ ਬੈਠੋ, ਬੈਗ ਲੈ ਗਿਆ। ਹੁਣ ਜੇ ਉਦਮ ਕੀਤਾ ਹੈ ਤਾਂ ਹੀ ਗੱਲ ਬਣੇਗੀ, ਜੇ ਉਦਮ ਹੀ ਨਹੀਂ ਕੀਤਾ ਤੇ ਕਿਵੇਂ ਗੱਲ ਬਣ ਸਕਦੀ ਹੈ? ਮੇਰੇ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਬੰਦਿਆ ਉਦਮੀ ਬਣ ਜਾਏਗਾ, ਉਦਮ ਕਰ ਸਹੀ, ਗੁਰੂ ਵੱਲ ਇੱਕ ਵਾਰੀ ਵੱਧ ਸਹੀ, ਇੱਕ ਕਦਮ ਪੱਟ, ਗੁਰੂ ਤੇ ਕਰੋੜਾਂ ਕਦਮ ਪੱਟ ਕੇ ਤੈਨੂੰ ਅੱਗੋਂ ਮੁੜੀਕਣ ਡਿਆ ਲੈਣ ਵਾਸਤੇ। ਆਪਾਂ ਪੜ੍ਹਦੇ ਆ ਨਾ ਭਾਈ ਗੁਰਦਾਸ ਜੀ ਦੀ ਇਹ ਬਾਤ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਕਦਮ ਤੂੰ ਗੁਰੂ ਵੱਲ ਪੁੱਟ, ਗੁਰੂ ਤੇਰੇ ਕੋਲੋਂ ਇਹ ਹਜ਼ਾਰਾਂ ਕਦਮਾਂ ਆ ਕੇ ਤੈਨੂੰ ਨਵਾਜ਼ ਲਏਗਾ, ਪਰ ਗੁਰੂ ਵੱਲ ਤੁਰ ਤੇ ਸਹੀ, ਮੂੰਹ ਤੇ ਕਰ ਗੁਰੂ ਵੱਲ, ਧਰਮ ਨੂੰ ਤੂੰ ਅਪਣਾ ਤੇ ਸਹੀ, ਗਿਆਨ ਆਟੋਮੈਟਿਕਲੀ ਆ ਜਾਏਗਾ। ਦਾਖਲਾ ਲੈ ਤੇ ਸਹੀ, ਅੱਖਰ ਲਿਖਣੇ ਆ ਜਾਣਗੇ, ਇੱਕ ਦਿਨ ਜੋੜਨੇ ਆਉਣਗੇ, ਫਿਰ ਤੈਨੂੰ ਪੜ੍ਹਨੇ ਵੀ ਆ ਜਾਣਗੇ। ਇੱਕ ਦਿਨ ਤੂੰ ਗਿਆਨਵਾਨ ਬਣ ਜਾਏਗਾ, ਇੱਕ ਦਿਨ ਤੂੰ ਵਿਦਵਾਨ ਬਣ ਜਾਏਗਾ, ਸਾਇੰਟਿਸਟ ਬਣ ਜਾਏਗਾ, ਡਾਕਟਰ ਬਣ ਜਾਏਗਾ। ਪਰ ਉਦਮ ਤੇ ਕਰ, ਗੁਰੂ ਕੋਲ ਆ ਤੇ ਸਹੀ, ਗੁਰੂ ਦੀ ਰਹਿਮਤ ਦਾ ਪਾਤਰ ਬਣ ਜਾਏਗਾ ਜਦੋਂ ਤੂੰ ਗੁਰੂ ਕੋਲ ਆਏਗਾ, ਜਦੋਂ ਉਦਮ ਕਰੇਗਾ। ਤੇ ਜਦੋਂ ਉਦਮ ਕੀਤਾ ਨਾ, ਉਦੋਂ ਫਿਰ ਕਰਮ ਖੰਡ। ਕਰਮ ਤੋਂ ਭਾਵ ਹੈ ਬਖਸ਼ਿਸ਼ ਹੋ ਜਾਂਦੀ ਹੈ। ਬਾਣੀ ਅਸੀਂ ਪੜ੍ਹਦੇ ਹਾਂ, ਕਿਰਤ ਕਰਮ ਕੇ ਵਿਛੜੇ, ਅਸੀਂ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਰੱਬ ਨਾਲ ਵਿਛੜੇ ਪਏ ਹਾਂ। ਪਰ ਮੇਰੇ ਸਾਹਿਬ ਜੀ ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ, ਚਾਰ ਕੁੰਟ 10 ਦਿਸ ਭਰਮੇ, ਥਕ ਆਏ ਪ੍ਰਭ ਕੀ ਸਾਮ, ਤੇਨ ਦੁਦੈ ਤੇ ਬਾਹਰੀ ਕਿਤੈ ਨ ਆਵੈ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਸ਼ਾਖ ਪਾਣੀ ਨਾ ਮਿਲੇ ਤੇ ਫਸਲ ਦੀਆਂ ਸ਼ਾਖਾਵਾਂ ਮੁੰਜਰਾਂ ਜਿਹੜੀਆਂ ਨੇ ਸੁੱਕ ਜਾਂਦੀਆਂ ਨੇ, ਤੇ ਜੇ ਮੁੰਜਰਾਂ ਸੁੱਕ ਜਾਣ, ਉਹਨਾਂ ਦੇ ਵਿੱਚ ਚੌਲ ਨਾ ਪੈਣ, ਉਹਨਾਂ ਵਿੱਚ ਦੁੱਧ ਨਾ ਪਵੇ, ਦਾਣੇ ਨਾ ਪੈਣ, ਤੇ ਫਿਰ ਮੰਡੀ ਦੇ ਵਿੱਚ ਮੁੱਲ ਨਹੀਂ ਪੈਂਦਾ। ਬੰਦਿਆ, ਜੇ ਗੁਰੂ ਦੀ ਰਹਿਮਤ ਦਾ ਤੂੰ ਪਾਤਰ ਨਹੀਂ ਬਣਿਆ ਨਾ, ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਤੂੰ ਰੱਬ ਦੇ ਕੋਲੋਂ ਦੂਰ ਹੋ ਗਿਆ ਏ। ਰੱਬ ਨੇ ਤੈਨੂੰ ਦੂਰ ਨਹੀਂ ਕੀਤਾ। ਜੇ ਤਨ ਨੂੰ ਤੈਨੂੰ ਖੁਰਾਕ ਚਾਹੀਦੀ ਹੈ ਅੰਨ ਦੀ, ਤੇ ਮਨ ਨੂੰ ਚਾਹੀਦੀ ਖੁਰਾਕ ਗੁਰੂ ਤੇ ਬਾਣੀ ਦੀ, ਗੁਰੂ ਦੇ ਸ਼ਬਦ ਦੀ। ਮਨ ਕਰਕੇ ਤੂੰ ਸੁਰਜੀਤ ਤਾਂ ਹੋ ਸਕਦਾ ਜਦੋਂ ਗੁਰੂ ਦੀ ਰਹਿਮਤ ਦਾ ਪਾਤਰ ਬਣੇ। ਜੇ ਪਾਣੀ ਦੀ ਲੋੜ ਖੇਤ ਨੂੰ ਹੈ ਤੇ ਤੇਰੇ ਮਨ ਨੂੰ ਬਾਣੀ ਦੀ ਲੋੜ ਹੈ। ਬਾਣੀ ਕਰਕੇ ਤੂੰ ਸੁਰਜੀਤ ਹੋ ਸਕਦਾ ਹੈ, ਬਾਣੀ ਕਰਕੇ ਸਦਾ ਤੇਰੇ ਅੰਦਰ ਵਿਕਾਸ ਤੇ ਤੇਰੇ ਅੰਦਰ ਖਿੜਾਵ ਰਹਿ ਸਕਦਾ ਹੈ। ਬਾਣੀ ਤਾਂ ਜਦੋਂ ਤੂੰ ਬਾਣੀ ਦੇ ਨਾਲ ਜੁੜੇਗਾ। ਗੁਰੂ ਪਿਆਰਿਓ, ਪਹਿਲਾਂ ਸੁਣਨਾ ਤੇ ਫਿਰ ਮੰਨਣਾ। ਅਸੀਂ ਗੁਰੂ ਬਾਣੀ ਨੂੰ ਸੁਣਦੇ ਨਹੀਂ ਨਾ। ਗੁਰਬਾਣੀ ਮੇਰੇ ਅਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਲੈਂਦੇ ਹਾਂ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰ ਧਵਲਿਆ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਫਿਰ ਕਿਆ ਨਾਨਕ ਭਗਤਾਂ ਸਦਾ ਵਿਗਾਸ। ਸੁਣਨਾ ਵੀ ਵੱਡੀ ਭਗਤੀ ਹੈ। ਜਿਹੜੇ ਸੁਣਦੇ ਨੇ ਨਾ, ਉਹਨਾਂ ਦੇ ਅੰਦਰ ਸਦਾ ਵਿਕਾਸ,
ਉਹਨਾਂ ਦੇ ਅੰਦਰ ਸਦਾ ਖਿੜਾਵ ਬਣਿਆ ਰਹਿੰਦਾ ਹੈ। ਤੇ ਜਿਹੜੇ ਸੁਣ ਲੈਣ, ਸੁਣ ਕੇ ਮੰਨ ਲੈਣ, ਆਪਣੇ ਅਮਲ ਜੀਵਨ ਦੇ ਵਿੱਚ ਉਹਨੂੰ ਅਮਲੀ ਜੀਵਨ ਵਿੱਚ ਅਪਣਾ ਲੈਣ, ਉਹਨਾਂ ਦਾ ਵਿਕਾਸ ਤਤੀ ਤਵੀ ਤੇ ਨਹੀਂ ਜਾਂਦਾ। ਉਹਨਾਂ ਦਾ ਵਿਕਾਸ ਪਾਣੀ ਵਿੱਚ ਉਬਾਲੇ ਖਾਂਦਿਆਂ ਵੀ ਨਹੀਂ ਜਾਂਦਾ। ਉਹਨਾਂ ਦਾ ਜਿਹੜਾ ਵਿਕਾਸ ਹੈ ਆਰੇ ਨਾਲ ਚੀਰੇ ਜਾਣ ਤੇ ਵੀ ਨਹੀਂ ਜਾਂਦਾ। ਉਹ ਤੇ ਆਰੇ ਨਾਲ ਜੇ ਚੀਰੇ ਜਾਂਦੇ ਹੋਣ, ਦੋ ਫਾੜ ਸਰੀਰ ਧਰਤੀ ਤੇ ਗਿਰਦਾ ਹੈ, ਤੇ ਫਿਰ ਵੀ ਅੰਦਰੋਂ ਆਵਾਜ਼ ਰੋਮਾਂ ਵਿੱਚੋਂ ਆ ਰਹੀ ਹੈ, ਜਿਉਂ ਜਿਉਂ ਤੇਰਾ ਹੁਕਮ। ਫਿਰ ਵੀ ਇਹ ਆਵਾਜ਼ ਆ ਰਹੀ ਹੈ, ਜਿਨੀ ਨਾਮ ਧਿਆਇਆ। ਭਾਈ ਮਤੀ ਦਾਸ ਜਦੋਂ ਆਰੇ ਨਾਲ ਦੁਫਾੜ ਹੋ ਕੇ ਧਰਤੀ ਤੇ ਡਿੱਗਦੇ ਨੇ ਤੇ ਅੰਦਰੋਂ ਆਵਾਜ਼ ਆ ਰਹੀ ਸੀ, ਜਿਨੀ। ਇੱਥੇ ਇੱਕ ਮੈਂ ਹੋਰ ਦੱਸ ਦਿਆਂ, ਕਈ ਵਾਰੀ ਅਸੀਂ ਪਾਠ ਪੜ੍ਹਦੇ ਹਾਂ ਜਿੰਨੀ ਨਾਮ ਧਿਆਇਆ, ਜਿੰਨੀ ਨਹੀਂ ਹੈ। ਜਿਵੇਂ ਮੇਲ ਫੀਮੇਲ ਅਸੀਂ ਜਿੰਨ ਤੇ ਜਿੰਨੀ ਕਹਿ ਦਈਏ, ਇੱਥੇ ਜਿਨੀ ਪੜਾਂਗੇ। ਜਿਨੀ, ਜਿਨੀ ਦਾ ਅਰਥ ਹੋ ਜਾਏਗਾ ਜਿਨ੍ਹਾਂ ਨੇ। ਉਹ ਕੋਈ ਵੀ ਹੋ ਸਕਦਾ ਹੈ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਜਿਨ੍ਹਾਂ ਨੇ ਭਾਈ ਨਾਮ ਨੂੰ ਧਿਆਇਆ ਹੈ, ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਵਸਾਇਆ, ਇਹ ਮਸ਼ੱਕਤ ਕੀਤੀ ਹੈ, ਇਹ ਉਦਮ ਕੀਤਾ, ਇਹ ਘਾਲਣਾ ਘਾਲੀ ਹੈ, ਉਹ ਰੱਬ ਦੇ ਘਰ ਵਿੱਚ ਪ੍ਰਵਾਣੇ ਗਏ ਨੇ। ਪਰ ਪ੍ਰਵਾਣੇ ਉਹ ਜਾਂਦੇ ਨੇ ਗੁਰਮੁਖ ਰੋਮ ਰੋਮ ਹਰ ਧਿਆਵੈ, ਜਿਨ੍ਹਾਂ ਦੇ ਰੋਮਾਂ ਦੇ ਵਿੱਚੋਂ ਵੀ ਉਸ ਪ੍ਰਮਾਤਮਾ ਦੀ ਆਵਾਜ਼ ਆ ਰਹੀ ਹੈ। ਪਰ ਜੇ ਗੁਰੂ ਪਿਆਰਿਓ ਅਸੀਂ ਰੋਮਾਂ ਨੂੰ ਛੱਡਾਂਗੇ ਨਹੀਂ, ਫਿਰ ਕਿਵੇਂ ਬਣੇਗੀ ਗੱਲ? ਇਹ ਜਿਹੜੇ ਰੋਮ ਨੇ ਨਾ, ਇਹ ਰੋਮਾਂ ਦੇ ਵਿੱਚੋਂ ਵੀ ਜਿਹੜੇ ਗੁਰਮੁਖ ਨੇ, ਜਿਹੜੇ ਗੁਰੂ ਨੂੰ ਸਨਮੁਖ ਰੱਖਦੇ ਨੇ, ਇਹਨਾਂ ਰੋਮਾਂ ਦੇ ਵਿੱਚੋਂ ਵੀ ਰੱਬ ਦੀ ਆਵਾਜ਼ ਆ ਰਹੀ ਆਉਂਦੀ ਹੈ। ਇਹ ਰੋਮ ਵੀ ਉਸ ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ। ਤੇ ਭਾਈ ਮਤੀ ਦਾਸ ਜੀ ਜਦੋਂ ਆਰੇ ਨਾਲ ਚੀਰੇ ਜਾਂਦੇ ਨੇ, ਉਹਨਾਂ ਦੇ ਰੋਮਾਂ ਚੋਂ ਹੀ ਆਵਾਜ਼ ਆ ਰਹੀ ਸੀ। ਦੁਫਾੜ ਹੋ ਕੇ ਜਦੋਂ ਸਰੀਰ ਧਰਤੀ ਤੇ ਗਿਰਿਆ ਨਾ, ਤੇ ਆਵਾਜ਼ ਆ ਰਹੀ ਸੀ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ। ਫਿਰ ਕਿਆ ਨਾਨਕ ਤੇ ਮੁਖ ਉਹਨਾਂ ਦੇ ਰੱਬ ਦੇ ਘਰ ਵਿੱਚ ਮੁਖ ਉਜਲੇ ਹੋ ਜਾਂਦੇ ਨੇ। ਉਹਨਾਂ ਦੇ ਮੁਖ ਦੇ ਉੱਤੇ ਕੋਈ ਦਾਗ ਨਹੀਂ ਲੱਗਦਾ। ਆਪਾਂ ਪੜ੍ਹਦੇ ਨੇ, ਦਾਗ ਦੋਸ਼ ਮੋਹੇ ਚੱਲਿਆ ਲਾਏ, ਦਰਗਾਹ ਬੈਸਣ ਨਾ ਹੀ ਜਾਏ। ਜੇ ਦੋਸ਼ ਲੱਗਾ ਹੋਵੇ, ਦਾਗ ਲੱਗੇ ਹੋਣ, ਤੇ ਮਨੁੱਖ ਕਿਸੇ ਸੈਮੀਨਾਰ ਵਿੱਚ ਵੀ ਜਾਵੇ ਤੇ ਉੱਥੇ ਵੀ ਆਪਣਾ ਮੂੰਹ ਛਪਾ ਕੇ ਬਹਿੰਦਾ। ਤੇ ਕਈ ਕਹਿੰਦੇ ਨੇ ਵੀ ਇਹ ਕਿਹੜੇ ਮੂੰਹ ਨਾਲ ਗੱਲ ਕਰ ਰਿਹਾ, ਇਹਦੇ ਉੱਤੇ ਤੇ ਇੰਨੇ ਅੱਗੇ ਦੋਸ਼ ਲੱਗੇ ਹੋਏ ਨੇ ਤੇ ਕਰਪਟ ਹੈ, ਇਹ ਕਿਹੜੇ ਮੂੰਹ ਨਾਲ ਗੱਲ ਕਰ ਰਿਹਾ। ਲੋਕੀ ਉਸੇ ਵੇਲੇ ਮੂੰਹ 'ਚ ਉਂਗਲਾਂ ਪਾਉਣ ਲੱਗ ਪੈਂਦੇ ਨੇ। ਇਹ ਵੀ ਬੋਲਣ ਜੋਗਾ ਹੋਏਗਾ ਏ? ਇੱਕ ਸਾਡਾ ਖਾਨ ਬਣਿਆ ਏ, ਛੱਜ ਤੇ ਬੋਲੇ ਛਾਣਨੀ ਕੀ ਬੋਲੇ। ਤੇ ਗੁਰੂ ਪਿਆਰਿਓ, ਇਹ ਕੀ ਗੱਲ ਹੈ? ਇਹ ਉਹਨੂੰ ਉੱਥੇ ਵੀ ਨਹੀਂ ਮਾਣ ਤੇ ਇੱਥੇ ਵੀ ਨਹੀਂ ਮਾਣ। ਪਰ ਜਿਹੜਾ ਗੁਰੂ ਦਾ ਹੋ ਜਾਂਦਾ ਹੈ, ਉਹਨੂੰ ਇੱਥੇ ਵੀ ਮਾਣ ਤੇ ਉੱਥੇ ਵੀ ਮਾਣ ਮਿਲਦਾ ਹੈ। ਗੁਰੂ ਦਾ ਜਿਹੜਾ ਹੋ ਜਾਵੇ, ਉਹ ਗੁਰੂ ਦੀਆਂ ਰਹਿਮਤਾਂ ਦਾ ਪਾਤਰ ਬਣਦਾ। ਮੈਂ ਸ਼ਬਦ ਆ ਲਿਆ ਹੈ, ਦੇਵਪੁਰੀ ਮਹਿ ਗਇਓ। ਦੇਵਪੁਰੀ ਭਾਵ ਹਰੀ ਦੀ ਨਗਰੀ ਵਿੱਚ ਕੌਣ ਗਏ ਨੇ? ਧੰਨ ਗੁਰੂ ਰਾਮਦਾਸ। ਆਪ ਪਰਮੇਸ਼ਰ ਭਾਇਓ, ਰੱਬ ਨੂੰ ਉਹ ਭਾ ਗਏ, ਪਰਮੇਸ਼ਰ ਨੂੰ ਭਾ ਗਏ। ਤੇ ਜਿਹੜਾ ਰੱਬ ਨੂੰ ਭਾ ਜਾਂਦਾ ਹੈ, ਉਹ ਰੱਬ ਦੇ ਵਿੱਚ ਸਮਾ ਜਾਂਦਾ ਹੈ। ਕਿਵੇਂ? ਜਿਵੇਂ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ ਨਾ, ਜਦੋਂ ਲਹਿਰਾਂ ਉੱਠਦੀਆਂ ਨੇ ਤੇ ਉਹ ਲਹਿਰਾਂ ਅਖਵਾਉਂਦੀਆਂ ਨੇ। ਪਰ ਜਦੋਂ ਸਮੁੰਦਰ ਵਿੱਚ ਚਲੇ ਜਾਣ ਤੇ ਸਮੁੰਦਰ ਹੀ ਅਖਵਾਉਂਦੀਆਂ ਨੇ। ਜਲ ਤੇ ਉਪਜ ਤਰੰਗ ਜਿਉਂ, ਤਰੰਗ ਲਹਿਰਾਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਏ। ਤੇ ਜਿਹੜੀਆਂ ਤਰੰਗਾਂ ਲਹਿਰਾਂ ਚ ਉੱਠੀਆਂ ਨੇ, ਫਿਰ ਉਹ ਤਰੰਗਾਂ ਜਦੋਂ ਲਹਿਰਾਂ ਦੇ ਵਿੱਚ ਜਿਹੜੀਆਂ ਸਮੁੰਦਰ ਵਿੱਚ ਚਲੇ ਜਾਂਦੀਆਂ ਨੇ ਤੇ ਸਮੁੰਦਰ ਦਾ ਹੀ ਰੂਪ ਬਣ ਜਾਂਦੀਆਂ ਨੇ। ਗੁਰੂ ਪਿਆਰਿਓ, ਜਿਹੜੇ ਗੁਰੂ ਦੇ ਬਣ ਜਾਂਦੇ ਨੇ, ਉਹ ਗੁਰੂ ਦੇ ਵਿੱਚ ਲੀਨ ਹੋ ਜਾਂਦੇ ਨੇ। ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਗੁਰੂ ਰਾਮਦਾਸ ਜੀ ਦੇ ਪਰਥਾਏ ਕਹਿ ਰਹੇ ਨੇ, ਭੱਟ ਜੀ, ਆਪ ਪਰਮੇਸ਼ਰ, ਪਰਮੇਸ਼ਰ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੁਸੀਂ ਭਾ ਗਏ। ਤੇ ਜਦੋਂ ਉਸ ਨੂੰ ਭਾਏ ਤੇ ਉਸੇ ਦੇ ਵਿੱਚ ਲੀਨ ਹੋ ਗਏ। ਜਦੋਂ ਲੀਨ ਹੁੰਦੇ ਨੇ ਤੇ ਫਿਰ ਕਾਟੇ ਸੋ ਪਾਪ ਤਿਨ ਨਰਹੋਂ ਕੇ, ਆਪ ਉਹਨਾਂ ਮਨੁੱਖਾਂ ਦੇ ਤੁਸੀਂ ਪਾਪ ਕੱਢ ਕੇ ਪਰਮਾਤਮਾ ਵਿੱਚ ਲੀਨ ਹੋ ਰਹੇ ਹੋ। ਤੇ ਫਿਰ ਛਤਰ ਸਿੰਘਾਸਨ ਪ੍ਰਿਥਮੀ, ਲਾਸਟ ਦੀਆਂ ਤੁਕਾਂ, ਪ੍ਰਿਥਮੀ ਤੁਹਾਨੂੰ ਸਿੰਘਾਸਨ ਰੱਬ ਦੇ ਘਰ ਵਿੱਚ ਥਾਂ ਮਿਲ ਗਈ। ਉਸ ਪਰਮਾਤਮਾ ਦੇ ਵਿੱਚ ਤੁਸੀਂ ਇੱਕ ਮਿਕ ਹੋ ਗਏ।
ਜਲ ਤੇ ਉਪਜੇ ਤਰੰਗ ਜਿਉਂ, ਜਿਵੇਂ ਮੌਨਸੂਨਾਂ ਉੱਠਦੀਆਂ ਨੇ, ਮੀਂਹ ਪੈਂਦਾ ਹੈ, ਬਰਸਾਤ ਹੁੰਦੀ ਹੈ, ਸਮੁੰਦਰ ਦੇ ਵਿੱਚੋਂ ਆਉਂਦੀਆਂ ਨੇ, ਕਿਧਰੇ ਮੀਂਹ ਬਣ ਕੇ ਵਰ ਜਾਂਦੀਆਂ ਨੇ। ਗੁਰੂ ਪਿਆਰਿਓ, ਉਹ ਜਿਹੜੀਆਂ ਸਮੁੰਦਰ ਦੀਆਂ ਮੌਨਸੂਨਾਂ ਉੱਠ ਕੇ ਕਿਧਰੇ ਮੀਂਹ ਪੈ ਕੇ ਵਰੀਆਂ, ਮੀਂਹ ਪੈ ਕੇ ਵਰ ਗਈਆਂ, ਫਿਰ ਕੀ ਹੋਇਆ? ਜਦੋਂ ਬੂੰਦਾਂ ਧਰਤੀ ਤੇ ਡਿੱਗ ਪਈਆਂ, ਉਸੇ ਵੇਲੇ ਹੀ ਉਹ ਤੁਰ ਪਈਆਂ ਨੇ। ਪਾਣੀ ਦੀਆਂ ਬੂੰਦਾਂ ਨੂੰ ਪਤਾ ਨਹੀਂ ਹੈ ਕਿ ਸਾਡਾ ਉਹ ਜਿਹੜਾ ਵਜੂਦ ਹੈ, ਸਾਡਾ ਮੂਲ ਹੈ, ਉਹ ਕਿੱਥੇ ਕਰਕੇ ਹੈ, ਉਸੇ ਵੇਲੇ ਤੁਰ ਪੈਂਦੀਆਂ ਨੇ। ਪਰ ਬੰਦਿਆ, ਤੂੰ ਤੇ ਤੁਰਿਆ ਹੀ ਨਹੀਂ ਅਜੇ, ਮਨੁੱਖ ਨਹੀਂ ਤੁਰਿਆ। ਪਰ ਉਹ ਜਿਹੜੀਆਂ ਬੂੰਦਾਂ ਨੇ, ਉਹ ਧਰਤੀ ਤੇ ਡਿੱਗਦੀਆਂ ਤੇ ਉਸੇ ਵੇਲੇ ਤੁਰ ਪੈਂਦੀਆਂ, ਨਦੀਆਂ, ਨਾਲਿਆਂ, ਦਰਿਆਵਾਂ ਦੇ ਰਾਹ ਹੀ, ਫਿਰ ਉਹ ਸਮੁੰਦਰ ਦੇ ਵਿੱਚ ਸਮਾ ਜਾਂਦੀਆਂ ਨੇ, ਸਮੁੰਦਰ ਦਾ ਹੀ ਰੂਪ ਬਣ ਜਾਂਦੀਆਂ ਨੇ। ਪਰ ਤੁਰੀਆਂ ਨੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਸਮੁੰਦਰ ਕਿੱਥੇ ਹੈਗਾ। ਤੁਰ ਪਈਆਂ ਨੇ, ਤੁਰੀਆਂ ਨੇ, ਤੇ ਇੱਕ ਦਿਨ ਜ਼ਰੂਰ ਮਿਲਾਪ ਹੋ ਜਾਏਗਾ। ਬੰਦਿਆ, ਜੇ ਤੂੰ ਤੁਰਿਆ ਹੈ ਨਾ, ਤੇ ਇੱਕ ਦਿਨ ਤੇਰਾ ਵੀ ਮਿਲਾਪ ਹੋ ਜਾਏਗਾ, ਤੂੰ ਵੀ ਉਸ ਮਾਲਕ ਦੇ ਵਿੱਚ ਸਮਾ ਜਾਏਗਾ। ਭੱਟ ਸਾਹਿਬਾਨ ਕਹਿ ਰਹੇ ਨੇ, ਛਤਰ ਸਿੰਘਾਸਨ ਪ੍ਰਿਥਵੀ, ਪ੍ਰਿਥਵੀ ਦਾ ਜਿਹੜਾ ਛਤਰ ਸਿੰਘਾਸਣ ਹੈ, ਪ੍ਰਿਥਵੀ ਦਾ ਜਿਹੜਾ ਛਤਰ ਸਿੰਘਾਸਣ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਗੁਰ ਅਰਜਨ ਕੋ, ਤੁਸੀਂ ਗੁਰੂ ਅਰਜਨ ਸਾਹਿਬ ਨੂੰ, ਗੁਰੂ ਰਾਮਦਾਸ ਜੀ ਨੂੰ ਭੱਟ ਕਹਿ ਰਹੇ ਨੇ, ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜਨ ਕੋ ਦੇ ਆਇਓ। ਤੁਸੀਂ ਪ੍ਰਿਥਵੀ ਦਾ ਭਾਵ ਧਰਤੀ ਦਾ ਜਿਹੜਾ ਸਿੰਘਾਸਣ ਹੈ, ਉਹ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਦੇ ਦਿੱਤਾ ਹੈ। ਗੁਰੂ ਅਰਜਨ ਕੋ ਦੇ ਆਇਓ, ਤੇ ਆਪ ਤੁਸੀਂ ਛਤਰ ਸਿੰਘਾਸਣ ਜਿਹੜਾ ਰੱਬ ਦੇ ਘਰ ਦਾ ਹੈ, ਪਰਮਾਤਮਾ ਦੇ ਘਰ ਦਾ ਹੈ, ਉਸ ਸਿੰਘਾਸਣ ਨੂੰ ਤੁਸੀਂ ਗ੍ਰਹਿਣ ਕਰ ਲਿਆ ਹੈ। ਭਾਵ ਉਸ ਪਰਮਾਤਮਾ ਦੇ ਵਿੱਚ ਤੁਸੀਂ ਇੱਕਮਿਕ ਹੋ ਗਏ ਹੋ, ਉਸ ਮਾਲਕ ਦੇ ਵਿੱਚ ਤੁਸੀਂ ਫਿਰ ਲੀਨ ਹੋ ਗਏ ਹੋ। ਪਰ ਇਹ ਲੀਨ ਤਾਂ ਹੀ ਹੋਇਆ ਜਾਂਦਾ ਹੈ, ਪਹਿਲਾਂ ਧਰਮ ਖੰਡ, ਧਰਮ ਤੋਂ ਫਿਰ ਗਿਆਨ ਖੰਡ। ਇਹ ਜਿਹੜੀ ਅਸੀਂ ਬਾਣੀ ਦੀ ਵਿਚਾਰ ਕਰ ਰਹੇ ਹਾਂ, ਸਾਡੇ ਵਾਸਤੇ ਹੈ, ਹੁਣ ਮੌਜੂਦਾ ਸਾਡੇ ਲਈ ਇਹ ਸ਼ਬਦ ਨੇ। ਅਸੀਂ ਗੁਰੂ ਕੀ ਬਾਣੀ ਰਾਹੀਂ ਗੁਰੂ ਕੀ ਵਡਿਆਈ ਕਰਦਿਆਂ ਹੋਇਆਂ ਹੁਣ ਇਹ ਲਾਗੂ ਅਸੀਂ ਆਪਣੇ ਉੱਤੇ ਕਰਨੇ ਨੇ। ਪਹਿਲਾਂ ਧਰਮ, ਫਿਰ ਗਿਆਨ, ਤੇ ਫਿਰ ਸ਼ਰਮ। ਪਹਿਲਾਂ ਧਰਮ ਦਾ ਤੂੰ ਧਾਰਨੀ ਬਣੇਗਾ ਮਨੁੱਖ, ਫਿਰ ਤੇਰੇ ਅੰਦਰ ਗਿਆਨ ਆ ਜਾਏਗਾ। ਜੇ ਗਿਆਨ ਆ ਗਿਆ ਤੇ ਫਿਰ ਤੇਰੇ ਅੰਦਰ ਉਦਮ ਪੈਦਾ ਹੋਵੇਗਾ। ਜੇ ਉਦਮ ਆ ਗਿਆ ਤੇ ਫਿਰ ਰੱਬ ਦੀ ਤੇਰੇ ਉੱਤੇ ਕਰਮ ਤੋਂ ਭਾਵ ਹੈ ਬਖਸ਼ਿਸ਼ ਹੋ ਜਾਣੀ ਹੈ। ਜੇ ਬਖਸ਼ਿਸ਼ ਹੋ ਗਈ ਤੇ ਫਿਰ ਤੂੰ ਸੱਚਖੰਡ ਵਿੱਚ ਪਹੁੰਚ ਜਾਏਗਾ। ਸੱਚਖੰਡ ਵਸੈ ਨਿਰੰਕਾਰ। ਪਰ ਇੱਥੇ ਪਹੁੰਚਣ ਦੇ ਲਈ ਪਹਿਲਾਂ ਧਰਮ ਨੂੰ ਧਾਰਨ ਕਰਨਾ ਪੈਣਾ ਹੈ। ਤੇ ਧਰਮ ਧਾਰਨ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਸਿੱਖੀ ਦੇ ਸਕੂਲ ਵਿੱਚ ਦਾਖਲਾ ਲਈਏ। ਦਾਖਲਾ ਲਵੇਂਗਾ ਬੱਚਿਆ ਤੇ ਤੈਨੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਕੋਈ ਰੁਤਬਾ ਮਿਲ ਸਕਦਾ ਹੈ। ਜੇ ਤੂੰ ਦਾਖਲਾ ਨਹੀਂ ਲਿਆ ਤੇ ਰੁਤਬੇ ਦਾ ਤੂੰ ਅਧਿਕਾਰੀ ਨਹੀਂ ਬਣ ਸਕਦਾ। ਗੁਰੂ ਕੇ ਸਿੱਖ ਗੁਰੂ ਦੀ ਸਿੱਖੀ ਨੂੰ ਗ੍ਰਹਿਣ ਕਰਨ ਤੇ ਜ਼ਰੂਰ ਇੱਕ ਦਿਨ ਗੁਰੂ ਦੀ ਰਹਿਮਤ ਹੋ ਜਾਏਗੀ। ਇਹਨਾਂ ਸ਼ਬਦਾਂ ਨੂੰ ਹਿਰਦੇ ਵਿੱਚ ਵਸਾਇਓ, ਮੇਰੀਆਂ ਭੁੱਲਾਂ ਨਾ ਚਿਤਾਰਿਓ, ਸੀਸ ਦਿਆ ਦੇ ਇਹਨਾਂ ਸ਼ਬਦਾਂ ਨੂੰ ਮੈਂ ਵੀ ਗ੍ਰਹਿਣ ਕਰ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ